Good morning, students. Today we are going to do advertisement. Advertisement is of two types. Type 1 is classified advertisement. Type 2 is display advertisement or commercial advertisement. So students, ਤੁਹਾਨੂੰ ਦੋ ਤਰ੍ਹਾਂ ਦੀ ਐਡਵਰਟੀਜ਼ਮੈਂਟ ਇੱਥੇ ਦੱਸੀ ਗਈ ਹੈ। ਐਡਵਰਟੀਜ਼ਮੈਂਟ ਦਾ ਮਤਲਬ ਹੁੰਦਾ ਹੈ ਕੋਈ ਇਸ਼ਤਿਹਾਰ ਦੇਣਾ, ਕੋਈ ਵੀ ਮਸ਼ਹੂਰੀ ਕਰਨੀ ਕਿਸੇ ਚੀਜ਼ ਦੀ, ਕਿਸੇ ਵੀ ਚੀਜ਼ ਨੂੰ ਸੇਲ ਕਰਨ ਵਾਸਤੇ ਜਾਂ ਕੋਈ ਵੀ ਚੀਜ਼ ਪਰਚੇਜ਼ ਕਰਨ ਵਾਸਤੇ ਡਿਫਰੈਂਟ ਪਰਪਸਿਸ ਹੁੰਦੇ ਨੇ ਐਡਵਰਟੀਜ਼ਮੈਂਟ ਦੇ। ਤਾਂ ਆਪਣੇ ਸਿਲੇਬਸ ਦੇ ਅਕੋਰਡਿੰਗਲੀ ਜੋ ਆਪਾਂ ਨੂੰ ਪ੍ਰਿਸਕ੍ਰਾਈਬਡ ਹੈ ਆਪਾਂ ਉਹ ਕਰਨ ਜਾ ਰਹੇ ਹਾਂ। ਤਾਂ ਉਹਦੇ ਵਿੱਚ ਪਹਿਲੀ ਕਿਸਮ ਹੈਗੀ ਹੈ ਦੈਟ ਇਜ਼ ਕਲਾਸੀਫਾਈਡ ਐਡਵਰਟੀਜ਼ਮੈਂਟ। ਅਤੇ ਕਲਾਸੀਫਾਈਡ ਐਡਵਰਟੀਜ਼ਮੈਂਟ ਉਹ ਐਡਵਰਟੀਜ਼ਮੈਂਟ ਹੁੰਦੀ ਹੈ ਜਿਹੜੀ ਕਿ ਤੁਸੀਂ ਨਿਊਜ਼ਪੇਪਰ ਦੇ ਵਿੱਚ ਦੇਖਦੇ ਹੋ। ਇੱਕ ਛੋਟੀ ਜਿਹੀ ਇੱਕ ਕਾਲਮ ਜਾਂ ਸਪੇਸ ਕਹਿ ਲਓ, ਡੱਬੀ ਕਹਿ ਲਓ, ਉਹ ਇੱਕ ਹੁੰਦੀ ਹੈ ਜਿਹਦੇ ਵਿੱਚ ਤੁਸੀਂ ਕੋਈ ਵੀ ਜਿਵੇਂ ਕਿ ਉਹਦੇ ਮੈਂਸ਼ਨਡ ਟੌਪਿਕਸ ਨੇ, ਮੈਟਰੀਮੋਨੀਅਲ ਅਲਾਇੰਸ, ਕਿਸੇ ਦੇ ਵਿਆਹ ਸ਼ਾਦੀ ਦੀ ਕੋਈ ਵੀ ਇਨਫੋਰਮੇਸ਼ਨ ਦੇਣੀ ਜਾਂ ਲੈਣੀ, ਸੇਲ ਪਰਚੇਜ਼ ਕਰਨੀ, ਖਰੀਦੋ ਫਰੋਖਤ ਕਰਨੀ, ਕਿਸੇ ਵੀ ਕਾਰ ਦੀ, ਗੱਡੀ ਦੀ, ਸਕੂਟਰ ਦੀ, ਮੋਟਰਸਾਈਕਲ ਦੀ ਜਾਂ ਫਰਨੀਚਰ ਦੀ ਜਾਂ ਕੋਈ ਘਰ ਦਾ ਹੋਰ ਸਮਾਨ ਹੈ, ਐਨੀਥਿੰਗ। ਫਿਰ ਟੂਲੈਟ ਦਾ ਮਤਲਬ ਹੁੰਦਾ ਕੋਈ ਕਿਰਾਏ ਦੇ ਉੱਤੇ ਕੋਈ ਰਿਹਾਇਸ਼ ਅਵੇਲੇਬਲ ਹੋਵੇ ਜਾਂ ਕੋਈ ਜਗ੍ਹਾ ਕਿਸੇ ਨੇ ਕੋਈ ਦੁਕਾਨ ਕਰਨੀ ਹੈ ਜਾਂ ਸਮਥਿੰਗ, ਤਾਂ ਉਹਦੇ ਵਾਸਤੇ। ਲੋਸਟ ਫਾਊਂਡ ਕੋਈ ਚੀਜ਼ ਤੁਹਾਨੂੰ ਲੱਭੀ ਹੋਵੇ, ਕੋਈ ਗੁੰਮੀ ਹੋਵੇ, ਉਹਦੀ ਵੀ ਹੁੰਦੀ ਹੈ ਇਹ ਐਡਵਰਟੀਜ਼ਮੈਂਟ। ਸਿਚੁਏਸ਼ਨ ਵੇਕੈਂਟ ਹੁੰਦੀ ਹੈ ਜਦ ਕੋਈ ਜੋਬ ਵਾਸਤੇ ਕਿਸੇ ਸਕੂਲ ਦੇ ਵਿੱਚ ਜਾਂ ਕਿਸੇ ਅਦਾਰੇ ਦੇ ਵਿੱਚ ਜਾਂ ਕਿਸੇ ਆਰਗੇਨਾਈਜੇਸ਼ਨ ਦੇ ਵਿੱਚ, ਕਿਸੇ ਇੰਡਸਟਰੀ ਦੇ ਵਿੱਚ ਕਿਸੇ ਨੂੰ ਵੀ ਕੋਈ ਟੀਚਰਸ ਦੀ, ਵਰਕਰਸ ਦੀ, ਆਫਿਸਰਸ ਦੀ ਕੋਈ ਲੋੜ ਹੋਵੇ ਤਾਂ ਉਹ ਸਿਚੁਏਸ਼ਨ ਵੇਕੈਂਟ ਦੇ ਕਾਲਮਸ ਦੇ ਵਿੱਚ ਆਉਂਦੀ ਹੈ ਉਹਦੀ ਰਿਕੁਆਇਰਮੈਂਟ ਵੀ ਕੋਈ ਆਹ ਕੰਪਨੀ ਹੈ ਜਾਂ ਫਲਾਣਾ ਸਕੂਲ ਹੈ, ਉਹਨੂੰ ਆਹ ਟੀਚਰ ਚਾਹੀਦੇ ਨੇ, ਇੰਨੇ ਪੜ੍ਹੇ ਲਿਖੇ ਹੋਣੇ ਚਾਹੀਦੇ ਆ, ਇੰਨੇ ਪੈਸੇ ਦੇਣਗੇ, ਐਟਸੈਟਰਾ ਆਲ ਦੀ ਇਨਫੋਰਮੇਸ਼ਨ ਇਜ਼ ਪ੍ਰੋਵਾਈਡਡ ਇਨ ਦੈਟ। ਤਾਂ ਇਹ ਕੁਛ ਤਰੀਕੇ ਨੇ, ਕੁਛ ਟਾਈਪਸ ਨੇ ਜਿਨ੍ਹਾਂ ਦੀ ਆਪਾਂ ਅੱਜ ਗੱਲ ਕਰਾਂਗੇ। ਅਤੇ ਦੂਜੇ ਪਾਸੇ ਡਿਸਪਲੇ ਐਡਵਰਟੀਜ਼ਮੈਂਟ ਹੁੰਦੀ ਹੈ ਜਿਹਨੂੰ ਕਮਰਸ਼ੀਅਲ ਐਡਵਰਟੀਜ਼ਮੈਂਟ ਵੀ ਕਹਿ ਦਿੰਦੇ ਹਾਂ ਆਪਾਂ। ਕਮਰਸ਼ੀਅਲ ਦਾ ਮਤਲਬ ਹੁਣ ਕੀ ਹੁੰਦਾ, ਜਿਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਟਰੇਡ ਦੀ ਗੱਲ ਕੀਤੀ ਹੋਵੇ, ਜਿੱਥੇ ਪੈਸੇ ਦੀ ਗੱਲ ਵਿੱਚ ਆ ਜਾਵੇ, ਇਕੋਨਮੀ ਦੀ ਗੱਲ ਵਿੱਚ ਆ ਜਾਵੇ। ਜਿਵੇਂ ਕਿ ਬਹੁਤ ਜੇ ਆਪਾਂ ਸਰਲ ਐਗਜ਼ਾਮਪਲ ਲਈਏ, ਆਪਾਂ ਟੀ ਵੀ ਦੇ ਉੱਤੇ ਐਡਵਰਟੀਜ਼ਮੈਂਟਸ ਦੇਖਦੇ ਹਾਂ, ਕੋਈ ਸਾਬਣ ਦੀ ਆ ਗਈ, ਕੋਈ ਕਰੀਮ ਦੀ ਆ ਗਈ, ਕੋਈ ਮੋਬਾਈਲ ਫੋਨ ਦੀ ਆ ਗਈ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਐਡਵਰਟੀਜ਼ਮੈਂਟ ਆਉਂਦੀ ਹੈ, ਜਦ ਉਹੀ ਪ੍ਰਿੰਟਡ ਮੀਡੀਆ ਦੇ ਵਿੱਚ, ਅਖਬਾਰ ਦੇ ਵਿੱਚ ਇੱਕ ਪੈਂਫਲੇਟ ਦੇ ਰੂਪ ਦੇ ਵਿੱਚ ਆਪਣੇ ਕੋਲ ਆਉਂਦੀ ਹੈ, ਉਹਨੂੰ ਅਸੀਂ ਕਹਿ ਦਿੰਦੇ ਹਾਂ ਕਲਾਸੀਫਾਈਡ ਜਾਂ ਕਮਰਸ਼ੀਅਲ ਐਡਵਰਟੀਜ਼ਮੈਂਟ। ਤਾਂ ਦੋ ਤਰ੍ਹਾਂ ਦੀਆਂ ਐਡਵਰਟੀਜ਼ਮੈਂਟਸ ਆਪਣੇ ਕੋਲ ਨੇ। ਡਿਸਪਲੇ ਐਡਵਰਟੀਜ਼ਮੈਂਟ ਇੱਕ ਪੈਂਫਲੇਟ ਹੁੰਦਾ, ਇੱਕ ਲੀਫਲੈਟ ਕਹਿ ਲਓ, ਇੱਕ ਹੈਂਡ ਆਊਟ ਕਹਿ ਲਓ, ਇੱਕ ਵੱਡਾ ਪੇਜ ਕਹਿ ਲਓ, ਜਿਹਦੇ ਉੱਤੇ ਪਿਕਚਰਸ ਵੀ ਡਰਾਅ ਕੀਤੀਆਂ ਹੁੰਦੀਆਂ ਅਤੇ ਕੋਈ ਜਿਹੜੀ ਵੀ ਪ੍ਰੋਡਕਟ ਵੇਚੀ ਜਾ ਰਹੀ ਹੈ ਜਾਂ ਕਿਸੇ ਵੀ ਕਿਸਮ ਦੀ ਐਡਮਿਸ਼ਨ ਵਾਸਤੇ ਕੋਈ ਪ੍ਰਮੋਸ਼ਨ ਪ੍ਰੋਗਰਾਮ ਹੋ ਰਿਹਾ ਹੈ, ਉਹਦੇ ਵਿੱਚ ਫੀਚਰਸ ਦੀ ਗੱਲ ਕੀਤੀ ਜਾਂਦੀ ਹੈ। ਤਾਂ ਉਹ ਚੀਜ਼ਾਂ ਨੇ ਜਿਹੜੀਆਂ ਉਹ ਡਿਸਪਲੇ ਐਡਵਰਟੀਜ਼ਮੈਂਟ ਦੇ ਥਰੂ ਆਪਾਂ ਸਿੱਖਦੇ ਹਾਂ ਕਿਵੇਂ ਉਹਨਾਂ ਨੂੰ ਡਰਾਅ ਕਰਨਾ ਹੈ, ਡਰਾਫਟ ਕਰਨਾ ਹੈ। ਠੀਕ ਹੈ ਬੱਚੇ, ਇਹ ਦੋ ਤਰ੍ਹਾਂ ਦੀ ਐਡਵਰਟੀਜ਼ਮੈਂਟ ਦੀ ਆਪਾਂ ਅੱਜ ਗੱਲ ਕਰਨ ਲੱਗੇ ਹਾਂ। ਨਾਓ ਆਈ ਐਮ ਗੋਇੰਗ ਟੂ ਗਿਵ ਯੂ ਦੀ ਐਗਜ਼ਾਮਪਲਸ ਆਫ ਬੋਥ ਟਾਈਪਸ। ਸੀ ਹੇਅਰ ਇਟ ਗੋਜ਼। ਹੁਣ ਪਹਿਲੀ ਜਿਹੜੀ ਐਡਵਰਟੀਜ਼ਮੈਂਟ ਤੁਹਾਡੀ ਸਕਰੀਨ ਦੇ ਉੱਤੇ ਨਜ਼ਰ ਆ ਰਹੀ ਹੈ ਦੈਟ ਇਜ਼ ਕਲਾਸੀਫਾਈਡ ਐਡਵਰਟੀਜ਼ਮੈਂਟ। ਦੇਖੋ ਛੋਟੀ ਜਿਹੀ ਇੱਕ ਡੱਬੀ ਬਣਾਈ ਹੋਈ ਹੈ, ਇੱਕ ਕਾਲਮ ਇੱਕ ਛੋਟਾ ਜਿਹਾ ਬਣਾਇਆ ਹੋਇਆ ਹੈ ਐਂਡ ਆਲ ਦਾ ਇਨਫੋਰਮੇਸ਼ਨ ਇਜ਼ ਮੈਂਸ਼ਨਡ ਇਨਸਾਈਡ ਦੈਟ ਕਾਲਮ ਓਨਲੀ। ਤਾਂ ਉਹ ਕਲਾਸੀਫਾਈਡ ਐਡਵਰਟੀਜ਼ਮੈਂਟ ਹੈ। ਇਹ ਐਡਵਰਟੀਜ਼ਮੈਂਟ ਲਿਖਣ ਦੀ ਇੱਕ ਕਲਾ ਹੈ, ਇੱਕ ਆਰਟ ਹੈ ਇਹ ਵੀ ਲਿਖਣਾ। ਇਹਦੇ ਵਿੱਚ ਤੁਸੀਂ ਲੰਬੇ ਸੈਂਟੈਂਸਿਸ ਨਹੀਂ ਲਿਖਣੇ ਹੁੰਦੇ, ਜਸਟ ਕੌਮਾ ਪਾ ਕੇ ਕੌਮਾਸ ਦੇ ਵਿੱਚ ਤੁਸੀਂ ਜਿਹੜੀ ਵੀ ਇਨਫੋਰਮੇਸ਼ਨ ਇੰਪੋਰਟੈਂਟ ਹੈ ਜਸਟ ਟੂ ਮੈਂਸ਼ਨ ਦੈਟ ਇਨਫੋਰਮੇਸ਼ਨ ਓਨਲੀ।
ਜਿਵੇਂ ਇੱਥੇ ਆਪਾਂ ਗੱਲ ਕੀਤੀ ਹੈ ਡਰਾਫਟ ਐਨ ਐਡਵਰਟੀਜ਼ਮੈਂਟ ਫॉर ਦੀ ਸੇਲ ਆਫ ਅ ਮੋਟਰਸਾਈਕਲ। ਕੋਈ ਵੀ ਮੋਟਰਸਾਈਕਲ ਤੁਹਾਡੇ ਕੋਲ ਖੜਾ ਹੈ, ਤੁਸੀਂ ਉਹ ਵੇਚਣਾ ਚਾਹੁੰਦੇ ਹੋ, ਤਾਂ ਤੁਸੀਂ ਅਖਬਾਰ ਦੇ ਵਿੱਚ ਇੱਕ ਕਲਾਸੀਫਾਈਡ ਐਡਵਰਟੀਜ਼ਮੈਂਟ ਦਿੰਦੇ ਹੋ, ਜਿਹਦੇ ਕਰਕੇ ਤੁਸੀਂ ਲੋਕਾਂ ਤੱਕ ਉਹ ਇਨਫੋਰਮੇਸ਼ਨ ਪ੍ਰੋਵਾਈਡ ਕਰ ਰਹੇ ਹੋ ਵੀ ਤੁਹਾਡੇ ਕੋਲ ਇੱਕ ਬਾਈਕ ਖੜਾ ਹੈ, ਤੁਸੀਂ ਉਹਨੂੰ ਯੂਜ਼ ਕੀਤਾ ਹੋਇਆ, ਅਤੇ ਉਹ ਕੋਈ ਵੀ ਜੇ ਲੈਣਾ ਚਾਹੁੰਦਾ ਸੈਕਿੰਡ ਹੈਂਡ ਤਾਂ ਤੁਹਾਨੂੰ ਕੰਟੈਕਟ ਕਰੇ। ਤਾਂ ਤੁਸੀਂ ਹੁਣ ਕਿਹੜੀ ਕਿਹੜੀ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਹੈ ਉਹਦੇ ਵਿੱਚ। ਲੈਟਸ ਹੈਵ ਅ ਲੁੱਕ ਐਟ ਦਿਸ ਐਡਵਰਟੀਜ਼ਮੈਂਟ। ਤਾਂ ਪਹਿਲਾ ਵਰਡ ਤੁਸੀਂ ਉਹ 'ਚ ਲਿਖ ਰਹੇ ਹੋ ਕੈਪੀਟਲਸ ਦੇ ਵਿੱਚ ਅਵੇਲੇਬਲ। ਅਵੇਲੇਬਲ ਮਤਲਬ ਕਿ ਮੇਰੇ ਕੋਲ ਉਹ ਚੀਜ਼ ਹੈਗੀ ਹੈ, ਮੈਂ ਉਹ ਤੁਹਾਡੇ ਵਾਸਤੇ ਰੱਖੀ ਹੋਈ ਹੈ, ਜਿਹਨੇ ਕਿਸੇ ਨੇ ਲੈਣੀ ਹੈ ਆ ਕੇ ਮੇਰੇ ਕੋਲੋਂ ਪਰਚੇਜ਼ ਕਰ ਸਕਦਾ ਹੈ। ਅੱਗੇ ਡਿਟੇਲਸ ਕੀ ਨੇ, ਆ ਬਲੈਕ ਕਲਰ ਹੀਰੋ ਮੋਟਰਸਾਈਕਲ 2015 ਮਾਡਲ 25,000 ਕਿਲੋਮੀਟਰਸ ਡਨ, ਨਿਊ ਲਾਈਕ, ਨਿਊ ਟਾਇਰਸ, ਸਕ੍ਰੈਚਲੈਸ ਕੰਡੀਸ਼ਨ, ਸਿੰਗਲ ਹੈਂਡਡ ਯੂਜ਼ਡ, ਡਿਮਾਂਡ ਪ੍ਰਾਈਸ ₹25,000, ਨੈਗੋਸ਼ੀਏਬਲ। ਨੈਗੋਸ਼ੀਏਬਲ ਦਾ ਮਤਲਬ ਹੁੰਦਾ ਜਿਹਦੇ ਵਿੱਚ ਆਪਾਂ ਬਾਰਗੇਨ ਕਰ ਸਕਦੇ ਹਾਂ, ਵੀ ਵੱਧ ਘੱਟ ਰੇਟ ਆਪਾਂ ਕਰ ਸਕਦੇ ਹਾਂ। ਓਨਲੀ ਜੈਨੂਅਨ ਬਾਇਰਸ ਮੇ ਕੰਟੈਕਟ ਫਰੋਮ 9 AM to 5 PM ਓਨਲੀ, ਕੰਟੈਕਟ ਨੰਬਰ ਦਿੱਤਾ ਹੋਇਆ। ਤਾਂ ਇਹਦੇ ਵਿੱਚ ਆਪਾਂ ਦੇਖੋ ਇਹ 'ਚ ਇਨਫੋਰਮੇਸ਼ਨ ਕੀ ਕੀ ਆਪਾਂ ਨੂੰ ਪਤਾ ਲੱਗ ਗਈ ਵੀ ਜਿਹੜਾ ਮੋਟਰਸਾਈਕਲ ਵੇਚਣ ਵਾਸਤੇ ਕਿਸੇ ਦੇ ਕੋਲ ਖੜਾ ਹੈ ਉਹ ਕਾਲੇ ਰੰਗ ਦਾ ਹੀਰੋ ਕੰਪਨੀ ਹੈ, 2015 ਦਾ ਮਾਡਲ ਹੈ, 25,000 ਕਿਲੋਮੀਟਰ ਚੱਲਿਆ ਹੋਇਆ, ਬਿਲਕੁਲ ਨਵੀਂ ਕੰਡੀਸ਼ਨ ਹੈ, ਟਾਇਰਸ ਵੀ ਉਹਦੇ ਨਵੇਂ ਨੇ, ਜਮੀ ਸਕ੍ਰੈਚਲੈਸ ਕੰਡੀਸ਼ਨ ਹੈ। ਬੰਦੇ ਨੇ ਸਪੈਸ਼ਲ ਐਮਫਸਿਸ ਦਿੱਤਾ ਉਹਦੇ ਉੱਤੇ ਵੀ, ਇੱਕ ਵਾਰ ਦੇਖੋਗੇ ਐਂ ਲੱਗੂ ਬਿਲਕੁਲ ਸ਼ੋਰੂਮ ਦੇ ਵਿੱਚ ਖੜਾ ਹੁੰਦਾ ਜਿਵੇਂ ਨਵਾਂ। ਸਿੰਗਲ ਹੈਂਡਡ ਯੂਜ਼ਡ ਹੈ, ਇਕੱਲੇ ਨੇ ਚਲਾਇਆ ਹੋਇਆ, ਡਿਮਾਂਡ 25,000 ਦੀ ਹੈ, ਅਤੇ ਜਿਹੜੀ ਕਿ ਨੈਗੋਸ਼ੀਏਬਲ ਹੈ, ਮਤਲਬ ਕਿ 25 ਦਾ 24 ਵੀ ਕਰ ਸਕਦਾ, 23 ਵੀ ਕਰ ਸਕਦਾ, ਤਾਂ ਉੱਪਰ ਥੱਲੇ ਕਰ ਸਕਦਾ, ਉਹ 'ਚ ਗੁੰਜਾਇਸ਼ ਰੱਖੀ ਹੋਈ ਹੈ। ਓਨਲੀ ਜੈਨੂਅਨ ਬਾਇਰਸ, ਜਿਨ੍ਹਾਂ ਨੇ ਸੱਚਮੁੱਚ ਹੀ ਖਰੀਦਣਾ ਹੈ, ਸਿਰਫ ਉਹੀ ਬੰਦਾ ਕੰਟੈਕਟ ਕਰੇ, ਸਮਾਂ 9 ਵਜੇ ਤੋਂ ਲੈ ਕੇ 5 ਵਜੇ ਤੱਕ। ਆਹ ਨੀਚੇ ਨੰਬਰ ਦੇਤਾ ਵੀ ਇਸ ਨੰਬਰ 'ਤੇ ਕੰਟੈਕਟ ਕਰੇ। ਸੋ ਆਪਾਂ ਦੇਖਿਆ ਇਹਦੇ ਵਿੱਚ ਸਾਰੀ ਦੀ ਸਾਰੀ ਇਨਫੋਰਮੇਸ਼ਨ ਜਿਹੜੀ ਕਿ ਇੱਕ ਜਿਹੜਾ ਖਰੀਦਣ ਵਾਲਾ ਹੁੰਦਾ ਉਹਨੂੰ ਚਾਹੀਦੀ ਹੁੰਦੀ ਹੈ, ਵੀ ਮੈਂ ਕੀ ਚੀਜ਼ ਚਾਹੁੰਦਾ, ਉਹਦੀ ਪਸੰਦ ਨਾ ਪਸੰਦ ਸਾਰੀਆਂ ਚੀਜ਼ਾਂ ਇਹ 'ਚ ਮੈਂਸ਼ਨ ਹੈ। ਜਿਹਨੂੰ ਇਹ ਚੀਜ਼ਾਂ ਮਨਜ਼ੂਰ ਹੋਣਗੀਆਂ ਉਹ ਗੱਲ ਕਰੂਗਾ, ਅਤੇ ਉਹ ਅੱਗੇ 25,000 ਤੋਂ ਘੱਟ 24,000 23,000 22,000 ਜਿੱਥੇ ਤੱਕ ਬੰਦਾ ਤੁਹਾਨੂੰ ਦਊਗਾ ਉਹ ਚੀਜ਼ ਤੁਸੀਂ ਉਹਦੇ ਨਾਲ ਨੈਗੋਸ਼ੀਏਟ ਕਰੋਗੇ। ਸੋ ਦਿਸ ਇਜ਼ ਆਲ ਅਬਾਊਟ ਰਾਈਟਿੰਗ ਕਲਾਸੀਫਾਈਡ ਐਡਵਰਟੀਜ਼ਮੈਂਟ। ਹੁਣ ਇਹ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਵੀ ਇਹ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਕਲਾਸੀਫਾਈਡ ਐਡਵਰਟੀਜ਼ਮੈਂਟ। ਆ ਦੇਖੋ, ਮੈਟਰੀਮੋਨੀਅਲ ਅਲਾਇੰਸ ਪਹਿਲੇ ਨੰਬਰ 'ਤੇ ਗਿਵਨ ਹੈ, ਵਿਆਹ ਸ਼ਾਦੀਆਂ ਦੇ, ਕੋਈ ਮੁੰਡੇ ਦਾ ਵਿਆਹ ਕਰਨਾ ਹੈ, ਕੋਈ ਕੁੜੀ ਦਾ ਵਿਆਹ ਕਰਨਾ ਹੈ, ਉਹਦੇ ਵਿੱਚ ਇਨਫੋਰਮੇਸ਼ਨ ਪਾਉਂਦੇ ਨੇ, ਕਿਸੇ ਨੂੰ ਮੁੰਡੇ ਦੀ ਲੋੜ ਹੈ, ਕਿਸੇ ਨੂੰ ਕੁੜੀ ਦੀ ਲੋੜ ਹੈ ਵਿਆਹ ਵਾਸਤੇ, ਤਾਂ ਉਹ ਆਪਣੀ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗਲੀ ਮੈਟਰੀਮੋਨੀਅਲ ਅਲਾਇੰਸ ਨਾਮ ਦਾ ਕਲਾਸੀਫਾਈਡ ਉਹਦੇ ਵਿੱਚ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਨੇ। ਸੇਲ ਪਰਚੇਜ਼ ਵਾਲੀ ਆਪਾਂ ਗੱਲ ਕਰੇ ਲਈ, ਟੂ ਲੈਟ ਕੋਈ ਵੀ ਰੈਂਟ ਦੇ ਉੱਤੇ ਮਕਾਨ ਹੋਵੇ, ਦੁਕਾਨ ਹੋਵੇ, ਲੋਸਟ ਐਂਡ ਫਾਊਂਡ ਕੋਈ ਚੀਜ਼ ਗੁੰਮ ਗਈ ਹੋਵੇ ਤੁਹਾਡੀ, ਕੋਈ ਚੀਜ਼ ਤੁਹਾਨੂੰ ਲੱਭੀ ਹੋਵੇ, ਜਾਂ ਸਿਚੁਏਸ਼ਨ ਵੇਕੈਂਟ ਕੋਈ ਨੌਕਰੀ ਦੀ ਦੇਖਭਾਲ ਦੇ ਵਿੱਚ ਹੋਵੇ। ਤਾਂ ਇਹ ਸੀਗੀਆਂ ਕਲਾਸੀਫਾਈਡ ਐਡਵਰਟੀਜ਼ਮੈਂਟ ਵਿਦ ਐਗਜ਼ਾਮਪਲ। ਨਾਓ ਯੂ ਹੈਵ ਅੰਡਰਸਟੂਡ ਇਟ। ਨੈਕਸਟ ਇਜ਼ ਡਿਸਪਲੇ ਐਡਵਰਟੀਜ਼ਮੈਂਟ। ਜਿਵੇਂ ਕਿ ਆਪਾਂ ਪਹਿਲਾਂ ਗੱਲ ਕੀਤੀ ਹੈ, ਡਿਸਪਲੇ ਐਡਵਰਟੀਜ਼ਮੈਂਟ ਉਹ ਹੁੰਦੀ ਹੈ ਜਿਹੜੀ ਕਿ ਇੱਕ ਪੈਂਫਲੇਟ ਹੁੰਦਾ ਅਖਬਾਰ ਦੇ ਵਿੱਚ ਪਾਇਆ ਹੋਇਆ ਜਾਂ ਅਖਬਾਰ ਦੇ ਵਿੱਚ ਛਾਪਿਆ ਹੋਇਆ, ਜਿਹਦੇ ਵਿੱਚ ਕੋਈ ਪਿਕਚਰਸ ਵੀ ਡਰਾਅ ਕੀਤੀਆਂ ਹੁੰਦੀਆਂ ਨੇ, ਕੋਈ ਇਨਫੋਰਮੇਸ਼ਨ ਵੀ ਤੁਹਾਨੂੰ ਪ੍ਰੋਵਾਈਡ ਕੀਤੀ ਹੋਈ ਹੈ, ਬੜੀ ਇੱਕ ਸਿਸਟਮੈਟਿਕ ਔਰਗਨਾਈਜ਼ਡ ਵੇ ਦੇ ਵਿੱਚ ਤੁਹਾਡੇ ਸਾਹਮਣੇ ਉਹ ਪ੍ਰੈਜ਼ੈਂਟ ਕੀਤੀ ਹੈ, ਤਾਂ ਕਿ ਇਟ ਲੁੱਕਸ ਅਟਰੈਕਟਿਵ ਟੂ ਯੂ। ਤੁਸੀਂ ਉਹਨੂੰ ਦੇਖਦੇ ਸਾਰੇ ਉਹਦੇ ਵੱਲ ਅਟਰੈਕਟ ਹੋ ਜਾਵੋ, ਅਤੇ ਉਹ ਬੜੀ ਕੈਚੀ ਹੋਣੀ ਚਾਹੀਦੀ ਹੈ ਉਹ ਇਨਫੋਰਮੇਸ਼ਨ ਹੈ ਜਿਹੜੀ, ਤਾਂ ਹੀ ਉਹ ਕਲਰਫੁਲ ਪੇਜ ਲਾਉਂਦੇ ਨੇ। ਕਈ ਪੇਜ ਥੋੜ੍ਹੇ ਬਹੁਤ ਵਧੀਆ ਜਿਹੇ ਹੁੰਦੇ ਨੇ ਲਾਏ ਹੋਏ, ਉਹ ਥੋੜ੍ਹਾ ਮਹਿੰਗਾ ਹੁੰਦਾ, ਇੱਕ ਥੋੜ੍ਹਾ ਜਿਹਾ ਨੋਰਮਲ ਜਿਹਾ ਪੇਜ ਹੁੰਦਾ, ਉਹ ਨੋਰਮਲ ਜਿਹੇ ਰੇਟ 'ਤੇ ਹੀ ਹੁੰਦਾ। ਤਾਂ ਉਹ ਐਡਵਰਟੀਜ਼ਮੈਂਟ ਜਿਹੜੀ ਹੁੰਦੀ ਹੈ ਉਹ ਡਿਸਪਲੇ ਐਡਵਰਟੀਜ਼ਮੈਂਟ ਕਹਿੰਦੇ ਆ ਉਹਨੂੰ, ਵੀ ਉਹ 'ਚ ਡਿਸਪਲੇ 'ਤੇ ਕੀਤੀ ਹੋਈ ਹੈ ਹਰੇਕ ਚੀਜ਼, ਤੁਹਾਨੂੰ ਦੇਖ ਕੇ ਹੀ ਪਤਾ ਲੱਗ ਜਾਂਦਾ ਵੀ ਇਹ ਚੀਜ਼ ਕੀ ਹੈ। ਜੇ ਤੁਹਾਡਾ ਇੰਟਰਸਟ ਹੈ ਉਸ ਚੀਜ਼ ਦਾ ਤਾਂ ਤੁਸੀਂ ਉਹਨੂੰ ਡਿਟੇਲ 'ਚ ਪੜ੍ਹਦੇ ਹੋ, ਨਹੀਂ ਤਾਂ ਆਪਾਂ ਰੱਖ ਦਿੰਦੇ ਹਾਂ ਸਾਈਡ 'ਤੇ। ਤਾਂ ਜਿਵੇਂ ਕਿ ਆਪਾਂ ਚਲੋ ਇੱਕ ਐਡਵਰਟੀਜ਼ਮੈਂਟ ਆਪਾਂ ਬਣਾ ਰਹੇ ਹਾਂ ਔਰ ਇਹ ਆਪਣੇ ਸਕੂਲ ਦੀ ਐਡਮਿਸ਼ਨ ਪ੍ਰਮੋਸ਼ਨ ਵਾਸਤੇ। ਅੱਜ ਕੱਲ੍ਹ ਐਡਮਿਸ਼ਨਸ ਚੱਲ ਰਹੀਆਂ ਨੇ, ਸੋ ਵਾਈ ਨਾਟ ਟੂ ਟੇਕ ਐਡਵਾਂਟੇਜ ਆਫ ਦਿਸ ਐਡਵਰਟੀਜ਼ਮੈਂਟ। ਤਾਂ ਤੁਸੀਂ ਦੇਖੋ ਇਹ ਐਡਵਰਟੀਜ਼ਮੈਂਟ ਦੇ ਵਿੱਚ ਕੀ ਕੁਛ ਗਿਵਨ ਹੈ, ਅਤੇ ਜੇ ਆਪਾਂ ਇਹ ਬੱਚਿਆਂ ਤੱਕ ਭੇਜਣੀ ਹੋਵੇ ਕਿ ਇਹਦੇ ਵਿੱਚ ਹਰੇਕ ਚੀਜ਼ ਜਿਹੜੀ ਸਾਡੇ ਸਕੂਲ ਦੇ ਵਿੱਚ ਹੈਗੀ ਹੈ ਉਹ ਆਪਾਂ ਦੇ ਪਾਏ ਆ ਜਾਂ ਨਹੀਂ ਦੇ ਪਾਏ। ਦੇਖੋ ਇਹਦੇ ਵਿੱਚ ਕੀ, ਹੁਣ ਆ ਇੱਕ ਪੂਰਾ ਪੇਜ ਆਪਾਂ ਲੈਣਾ, ਉਹ ਪੇਜ ਦੇ ਵਿੱਚ ਸਭ ਤੋਂ ਉੱਪਰ ਸੰਸਥਾ ਦਾ ਨਾਮ,
ਆਪਣੇ ਸਕੂਲ ਦਾ ਨਾਮ ਆ ਗਿਆ, ਨਾਮ ਦੇ ਨੀਚੇ ਆਪਾਂ ਈਮੇਲ ਆਈਡੀ, फ़ोन ਨੰਬਰ ਜਾਂ ਐਡਰੈਸ ਵੀ ਲਿਖ ਸਕਦੇ ਹਾਂ, ਅਤੇ ਆਪਾਂ ਲਿਖਿਆ ਵੀ ਹੋਇਆ। ਉਸ ਤੋਂ ਬਾਅਦ ਇੱਕ ਪੰਚ ਲਾਈਨ ਹੁੰਦੀ ਹੈ, ਕੋਈ ਵੀ ਪੰਚ ਲਾਈਨ ਜਿਹੜੀ ਕਿ ਕੈਚੀ ਹੋਵੇ, ਅਟਰੈਕਟਿਵ ਹੋਵੇ, ਅਤੇ ਉਹਦੇ ਨਾਲ ਆਪਾਂ ਇਹ ਦੱਸ ਸਕੀਏ ਵੀ ਆਹ ਮੋਟਿਵ ਹੈ। ਉਹ ਇੱਕ ਮੋਟੋ ਵੀ ਹੈ, ਜਿਵੇਂ ਆਪਾਂ ਉਰੇ ਲਿਖਿਆ ਕਮ ਟੂ ਲਰਨ ਐਂਡ ਲਰਨ ਟੂ ਸਰਵ, ਵੀ ਸਿੱਖਣ ਵਾਸਤੇ ਆਓ ਅਤੇ ਸਿਖਾਉਣ ਵਾਸਤੇ ਜਾਓ ਇੱਥੋਂ। ਅਤੇ ਐਡਮਿਸ਼ਨਜ਼ ਓਪਨ, ਉਹਦੇ ਵਿੱਚ ਮੇਨ ਕੰਸਰਨ ਆਪਣਾ ਹਾਈਲਾਈਟ ਫੈਕਟਰ ਕੀ ਸੀਗਾ, ਐਡਮਿਸ਼ਨਜ਼ ਓਪਨ, ਵੀ ਐਡਮਿਸ਼ਨਜ਼ ਨੇ ਉਹ ਖੁੱਲ੍ਹ ਚੁੱਕੀਆਂ ਨੇ ਫੋਰ ਸੈਸ਼ਨ 2020 ਐਂਡ 21। 2020 ਅਤੇ 2021 ਸੈਸ਼ਨ ਵਾਸਤੇ ਐਡਮਿਸ਼ਨਜ਼ ਕਿਹੜੀਆਂ ਕਲਾਸਿਸ ਵਾਸਤੇ, ਦੈਟ ਇਜ਼ ਆਲਸੋ ਮੈਨਸ਼ਨਡ 6ਵੀਂ ਤੋਂ 12ਵੀਂ ਤੱਕ। 12ਵੀਂ ਦੀਆਂ ਸਾਡੇ ਕੋਲ ਆਲ ਸਟਰੀਮਸ ਨੇ, ਸਾਰੀਆਂ ਸਟਰੀਮਸ ਨੇ ਸਾਡੇ ਕੋਲ, ਆਰਟਸ ਵੀ ਹੈਗੀ ਹੈ, ਵੋਕੇਸ਼ਨਲ ਵੀ ਹੈਗੀ ਹੈ ਸਾਡੇ ਕੋਲ, ਮੈਡੀਕਲ ਨੋਨ ਮੈਡੀਕਲ ਵੀ ਹੈਗੀ, ਕਾਮਰਸ ਵੀ ਹੈਗੀ, ਐਵਰੀ ਸਟਰੀਮ। ਅਤੇ ਫਿਰ ਉਹਦੇ ਫੀਚਰਸ ਕੀ ਹੈ, ਸੇਲੀਐਂਟ ਫੀਚਰਸ, ਖਾਸ ਜਿਹੜੇ ਫੀਚਰਸ ਨੇ ਸਾਡੇ ਸਕੂਲ ਦੇ, ਅਸੀਂ ਕੀ ਪ੍ਰੋਵਾਈਡ ਕਰਦੇ ਹਾਂ ਬੱਚਿਆਂ ਨੂੰ, ਉਹ ਆਪਾਂ ਉਰੇ ਮੈਂਸ਼ਨ ਕੀਤਾ ਹੈ। ਸਭ ਤੋਂ ਪਹਿਲਾ ਫੀਚਰ ਇਹ ਹੈ ਵੀ ਵੈਲ ਕੁਆਲੀਫਾਈਡ ਸਟਾਫ, ਵੀ ਸਾਡੇ ਸਕੂਲ ਦਾ ਜਿਹੜਾ ਸਟਾਫ ਹੈ ਉਹ ਬੜਾ ਵੈਲ ਕੁਆਲੀਫਾਈਡ ਹੈ। ਹੁਣ ਆਪਾਂ ਤਾਂ ਜਾਣਦੇ ਹਾਂ ਇਹਦੇ ਵਿੱਚ ਵੀ ਵੈਲ ਕੁਆਲੀਫਾਈਡ ਤੋਂ ਮਤਲਬ ਕੀ ਹੈ। ਦੇਖੋ ਸਾਡੇ ਜਿਹੜੇ ਟੀਚਰਸ ਨੇ ਉਹ ਡਿਪਾਰਟਮੈਂਟ ਦੇ ਦਿੱਤੇ ਹੋਏ ਕੰਮਾਂ ਦੇ ਵਿੱਚ ਭਾਗ ਵੀ ਲੈਂਦੇ ਨੇ, ਔਨਲਾਈਨ ਲੈਕਚਰ ਵੀ ਦਿੰਦੇ ਨੇ, ਉਹ TV ਦੇ ਉੱਤੇ ਵੀ ਲੈਕਚਰ ਦਿੰਦੇ ਨੇ, ਸਭ ਤੋਂ ਵੱਧ ਪੜ੍ਹੇ ਲਿਖੇ ਵੀ ਨੇ। ਤਾਂ ਉਹ all the things are covered in this very line, well qualified staff। ਉਸ ਤੋਂ ਬਾਅਦ ਅਗਲਾ ਫੀਚਰ ਕੀ ਹੈ ਸਾਡੇ ਸਕੂਲ ਦਾ, ਫ੍ਰੀ ਬੁੱਕਸ। ਜਿਹੜੀ ਵੀ ਕਲਾਸ 'ਚ ਬੱਚਾ ਐਡਮਿਸ਼ਨ ਲੈਂਦਾ ਹੈ ਉਹਨੂੰ ਫ੍ਰੀ ਕਿਤਾਬਾਂ ਮਿਲਦੀਆਂ ਨੇ, ਕੋਈ ਫੀਸ ਨਹੀਂ ਲੱਗਦੀ, ਨੋ ਫੀਸ ਬਿਲਕੁਲ ਵੀ ਨਹੀਂ ਹੈਗੀ, ਕਿਤਾਬਾਂ ਫ੍ਰੀ ਦੇ ਵਿੱਚ ਹੈ, ਐਜੂਕੇਸ਼ਨ ਫ੍ਰੀ ਦੇ ਵਿੱਚ ਹੈ। ਡਿਜੀਟਲ ਐਜੂਕੇਸ਼ਨ, ਅਸੀਂ ਡਿਜੀਟਲ ਐਜੂਕੇਸ਼ਨ ਵੀ ਪ੍ਰੋਵਾਈਡ ਕਰਦੇ ਹਾਂ, ਵੀ ਹੈਵ ਐਜੂਸੈਟ ਰੂਮ ਇਨ ਆਵਰ ਰੂਮ। ਅਤੇ ਟੀਚਰਸ ਨੇ ਜਿਹੜੇ ਉਹ ਔਨਲਾਈਨ ਵੀ ਪੜ੍ਹਾਉਂਦੇ ਨੇ ਬੱਚਿਆਂ ਨੂੰ, ਤਾਂ ਯੂਜ਼ ਆਫ ਟੈਕਨੋਲੋਜੀ ਇਨ ਐਜੂਕੇਸ਼ਨ ਐਂਡ ਵੀ ਆਰ ਅਹੈਡ ਆਫ ਐਵਰੀਵਨ ਇਨ ਦੈਟ। ਤਾਂ ਹਰ ਕਲਾਸ ਦੇ ਹਰ ਬੱਚੇ ਨੂੰ ਐਜੂਕੇਸ਼ਨ ਮਿਲ ਰਹੀ ਹੈ ਡਿਜੀਟਲ। ਇਹ ਵੀ ਇੱਕ ਫੈਕਟਰ ਹੈ ਵੀ ਅਸੀਂ ਬੱਚਿਆਂ ਨੂੰ ਕਹਿੰਦੇ ਹਾਂ ਸਾਡੇ ਕੋਲ ਐਡਮਿਸ਼ਨ ਲਓ ਐਂਡ ਸੀ ਦਾ ਡਿਫਰੈਂਸ। ਇੰਗਲਿਸ਼ ਪੰਜਾਬੀ ਮੀਡੀਅਮ, ਈਵਨ ਹਿੰਦੀ ਮੀਡੀਅਮ ਵੀ ਹੈਗਾ, ਤਾਂ ਕੋਈ ਵੀ ਮੀਡੀਅਮ ਬੱਚਾ ਰੱਖ ਸਕਦਾ। ਇੰਗਲਿਸ਼ ਰੱਖਣਾ ਇੰਗਲਿਸ਼ ਰੱਖ ਲਓ, ਪੰਜਾਬੀ ਰੱਖਣਾ ਪੰਜਾਬੀ ਰੱਖ ਲਓ, ਤਾਂ ਦੋਨੋਂ ਮੀਡੀਅਮ ਸਾਡੇ ਕੋਲ ਅਵੇਲੇਬਲ ਨੇ। ਮਿਡ ਡੇ ਮੀਲ ਫੈਸਿਲਿਟੀ ਵੀ ਹੈਗੀ ਹੈ, ਜਿਹੜੇ ਬੱਚੇ ਉਹਦੇ ਵਿੱਚ ਕਵਰ ਹੁੰਦੇ ਨੇ ਮਿਡ ਡੇ ਮੀਲ ਦੇ ਵਿੱਚ, ਉਹਨਾਂ ਵਾਸਤੇ ਖਾਣਾ ਭੋਜਨ ਫ੍ਰੀ ਦੇ ਵਿੱਚ ਹਰ ਰੋਜ਼ ਦਿੱਤਾ ਜਾਂਦਾ। ਅੱਗੇ ਕਲਾਸਰੂਮਸ ਬਾਰੇ ਵਿਸ਼ੇਸ਼ ਦੱਸਤਾ, ਏਅਰੀ ਕਲਾਸਰੂਮਸ, ਬੜੇ ਖੁੱਲ੍ਹੇ ਹਵਾਦਾਰ ਸਾਡੇ ਕਮਰੇ ਨੇ, ਖਿੜਕੀਆਂ ਲੱਗੀਆਂ ਦੋਨੋਂ ਪਾਸੇ, ਅਤੇ ਏਅਰੀ ਕਲਾਸਰੂਮਸ ਨੇ। ਵੈਲ ਇਕੁਇਪਡ ਲੈਬਸ, ਸਾਡੀਆਂ ਜਿਹੜੀਆਂ ਲੈਬੋਰਟਰੀਜ਼ ਨੇ ਉਹ ਪੂਰੀਆਂ ਫੁੱਲੀ ਫਰਨਿਸ਼ਡ ਨੇ, ਹਰ ਸਮਾਨ ਆ ਉਹਦੇ ਵਿੱਚ ਤਾਂ ਕਿ ਬੱਚਿਆਂ ਨੂੰ ਕੋਈ ਦਿੱਕਤ ਨਾ ਆਵੇ। ਤਾਂ ਹਰ ਤਰ੍ਹਾਂ ਦੀ ਲੈਬੋਰਟਰੀ ਸਾਡੇ ਕੋਲ ਅਵੇਲੇਬਲ ਹੈਗੀ ਹੈ। ਅਤੇ ਇਸ ਤੋਂ ਇਲਾਵਾ ਵੀ ਆਪਾਂ ਹੋਰ ਵੀ ਫੀਚਰਸ ਇਹਦੇ ਵਿੱਚ ਐਡ ਕਰ ਸਕਦੇ ਹਾਂ। ਐਵਰੀਵਨ ਹੈਜ਼ ਹਿਜ਼ ਔਰ ਹਰ ਓਨ ਇਨੋਵੇਸ਼ਨ। ਤੁਸੀਂ ਇਹਨੂੰ ਡਰਾਅ ਕਰਨਾ ਹੈ, ਵਧੀਆ ਤਰੀਕੇ ਦੇ ਨਾਲ ਪ੍ਰੈਜ਼ੈਂਟ ਕਰਨਾ, ਉਹ 'ਚ ਇੱਕ ਪਿਕਚਰ ਵੀ ਬਣਾਉਣੀ ਹੈ ਆਪਾਂ ਵੀ। ਆ ਇੱਕ ਬੁੱਕ ਦੀ ਪਿਕਚਰ ਬਣਾਈ ਹੋਈ ਹੈ, ਬਿਕੋਜ਼ ਇਟ ਇਜ਼ ਅਕੈਡਮਿਕ ਇਨ ਨੇਚਰ। ਇਹ ਜਿਹੜੀ ਐਡਵਰਟੀਜ਼ਮੈਂਟ ਦੀ ਨੇਚਰ ਹੈ ਦੈਟ ਇਜ਼ ਅਕੈਡਮਿਕ, ਪੜ੍ਹਾਈ ਲਿਖਾਈ ਦੇ ਨਾਲ ਜੁੜੀ ਹੋਈ ਹੈ, ਇਸ ਕਰਕੇ ਉਹ 'ਚ ਕਿਤਾਬ ਦੀ ਆਪਾਂ ਇੱਕ ਫੋਟੋ ਲਾਤੀ। ਫਿਰ ਉਹ 'ਚ ਇਹ ਵੀ ਲਿਖਤਾ ਨਾਲ ਇੱਕ ਹਾਈਲਾਈਟਿੰਗ ਫੈਕਟਰ ਹੈ ਵੀ ਜਲਦੀ ਐਡਮਿਸ਼ਨ ਲੈ ਲਓ, ਹਰੀ ਅਪ, ਲਿਮਟਿਡ ਸੀਟਸ। ਸਾਡੇ ਕੋਲ ਸੀਟਾਂ ਲਿਮਟਿਡ ਨੇ, ਵੀ ਫਿਰ ਕਿਤੇ ਤੁਸੀਂ ਰਹਿ ਨਾ ਜਾਇਓ, ਇੰਨਾ ਕੁਛ ਅਸੀਂ ਪ੍ਰੋਵਾਈਡ ਕਰਦੇ ਹਾਂ ਫ੍ਰੀ ਦੇ ਵਿੱਚ, ਵਾਂਝੇ ਨਾ ਰਹਿ ਜਿਓ, ਛੇਤੀ ਆਓ, ਐਡਮਿਸ਼ਨ ਲਓ, ਆਪਣੀ ਸੀਟ ਸਿਕਿਉਰ ਕਰੋ। ਤਾਂ ਆਲਮੋਸਟ ਐਵਰੀ ਟਾਈਪ ਆਫ ਇਨਫੋਰਮੇਸ਼ਨ ਹੈਜ਼ ਬਿਨ ਪ੍ਰੋਵਾਈਡਡ ਇਨ ਦਿਸ ਐਡਵਰਟੀਜ਼ਮੈਂਟ। ਇੱਕ ਲੋਗੋ ਵੀ ਲਾਤਾ, ਉਹ ਲੋਗੋ ਤਾਂ ਲਾਇਆ ਵੀ ਥੋੜ੍ਹਾ ਜਿਹਾ ਅਟਰੈਕਟਿਵ ਬਣ ਜਾਂਦਾ, ਕੈਚੀ ਜਿਹਾ ਬਣ ਜਾਂਦਾ ਜਿਹੜਾ ਐਡਵਰਟੀਜ਼ਮੈਂਟ ਕੋਈ ਵੀ ਆਪਾਂ ਬਣਾਉਂਦੇ ਹਾਂ। ਤਾਂ ਓਵਰਆਲ ਦਿਸ ਇਜ਼ ਦੀ ਲੁੱਕ ਆਫ ਦੈਟ ਐਡਵਰਟੀਜ਼ਮੈਂਟ। ਤਾਂ ਹੋਰ ਵੀ ਇਨੋਵੇਸ਼ਨਸ ਤੁਸੀਂ ਆਪਣੀਆਂ ਲਾ ਕੇ ਉਹਨੂੰ ਹੋਰ ਖੂਬਸੂਰਤ ਬਣਾ ਸਕਦੇ ਹੋ, ਬਟ ਓਵਰਆਲ ਦਿਸ ਇਜ਼ ਹਾਊ ਯੂ ਡਰਾਫਟ ਡਿਸਪਲੇ ਐਡਵਰਟੀਜ਼ਮੈਂਟ। ਕਿਸੇ ਵੀ ਮਸ਼ਹੂਰੀ ਦੀ ਹੋ ਸਕਦੀ ਹੈ, ਕਿਸੇ ਵੀ ਪ੍ਰੋਡਕਟ ਦੀ ਹੋ ਸਕਦੀ ਹੈ, ਉਹ ਕੋਈ ਕਰਿਆਨਾ ਸ਼ਾਪ ਵੀ ਹੋ ਸਕਦੀ ਹੈ, ਕੋਈ ਸ਼ੂ ਸ਼ਾਪ ਵੀ ਹੋ ਸਕਦੀ ਹੈ, ਕੋਈ ਬੁੱਕ ਸੈਲਰ ਦੀ ਵੀ ਹੋ ਸਕਦੀ ਹੈ, ਕੋਈ ਫਰਨੀਚਰ ਸ਼ਾਪ ਦੀ ਵੀ ਹੋ ਸਕਦੀ ਹੈ, ਕੋਈ ਈਟਿੰਗ ਜੁਆਇੰਟਸ ਦੀ ਵੀ ਹੋ ਸਕਦੀ ਹੈ, ਕੁਛ ਵੀ, ਐਨੀਥਿੰਗ। ਤਾਂ ਉਹ ਜਿਸ ਤਰ੍ਹਾਂ ਦੀ ਐਡਵਰਟੀਜ਼ਮੈਂਟ ਹੈ ਉਸ ਤਰ੍ਹਾਂ ਦੇ ਫੀਚਰਸ ਆਪਾਂ ਉਹਦੇ ਵਿੱਚ ਪਾ ਦਿੰਦੇ ਹਾਂ, ਠੀਕ ਹੈ। ਅਤੇ ਦਿਸ ਇਜ਼ ਹਾਊ ਵੀ ਡਰਾਫਟ ਡਿਸਪਲੇ ਐਡਵਰਟੀਜ਼ਮੈਂਟ। ਸੋ ਬੱਚੇ ਦੋਨੋਂ ਤੁਹਾਨੂੰ ਕਲੀਅਰ ਹੋ ਚੁੱਕੀਆਂ ਨੇ ਚੀਜ਼ਾਂ। ਕਲਾਸੀਫਾਈਡ ਐਡਵਰਟੀਜ਼ਮੈਂਟ ਵੀ ਤੁਹਾਨੂੰ ਹੁਣ ਪਤਾ ਲੱਗ ਗਿਆ, ਹਾਊ ਟੂ ਡਰਾਫਟ ਕਲਾਸੀਫਾਈਡ ਐਡਵਰਟੀਜ਼ਮੈਂਟ। ਐਟ ਦ ਸੇਮ ਟਾਈਮ you come to know about display advertisement, how to draft and what are the requisites of
डिस्प्ले एडवर्टीजमेंट की रिक्वायरमेंट्स ने. नाउ बोथ you have done and I hope you have understood as well. Now I am going to give you one example from the newspaper itself. See, I classified columns हैं द ट्रिब्यून ਦੇ ਵਿੱਚੋਂ ਇਹ ਕਲਿੱਕ ਕੀਤਾ ਹੋਇਆ ਹੈ. ਐਂਡ ਸੀ ਸਿਚੁਏਸ਼ਨ ਵੇਕੈਂਟ, ਪ੍ਰੋਪਰਟੀ ਫॉर ਸੇਲ, ਮੈਡੀਕਲ ਔਰ ਸਰਜੀਕਲ, ਇਹ ਕਲਾਸੀਫਾਈਡ ਦਿੱਤੇ ਹੋਏ ਨੇ. ਆ ਪਹਿਲੀ ਐਡਵਰਟੀਜ਼ਮੈਂਟ ਆਪਾਂ ਪੜ੍ਹ ਲੈਂਦੇ ਹਾਂ. ਇਹ ਸਿਚੁਏਸ਼ਨ ਵੇਕੈਂਟ ਹੈ. ਰਿਕੁਆਇਰਡ ਪ੍ਰਿੰਸੀਪਲ ਫॉर CBSE ਸਕੂਲ ਐਟ ਲੁਧਿਆਣਾ. ਲੁਧਿਆਣਾ ਦੇ ਇੱਕ ਸਕੂਲ ਦੇ ਵਿੱਚ ਜਿਹੜਾ ਕਿ CBSE ਤੋਂ ਐਫੀਲੀਏਟਡ ਹੈ, ਇੱਕ ਪ੍ਰਿੰਸੀਪਲ ਦੀ ਪੋਸਟ ਖਾਲੀ ਹੈ, ਉਹਦੇ ਵਾਸਤੇ ਰਿਕੁਆਇਰਡ ਹੈ. ਦੇਖੋ ਇਹਨਾਂ ਨੇ ਇਹ ਕੈਪੀਟਲ ਦੇ ਵਿੱਚ ਨਹੀਂ ਲਿਖਿਆ, ਬੋਲਡ 'ਚ ਲਿਖਤਾ. ਆਪਾਂ ਲਿਖਿਆ ਸੀ ਅਵੇਲੇਬਲ ਕੈਪੀਟਲ ਦੇ ਵਿੱਚ, ਕਿਉਂਕਿ ਉਰੇ ਆਪਾਂ ਬੋਲਡ ਨਹੀਂ ਲਿਖ ਸਕਦੇ, ਇਸ ਕਰਕੇ ਉਹਨੂੰ ਆਪਾਂ ਕੈਪੀਟਲ ਕਰਤਾ ਵੀ ਪਹਿਲਾ ਜਿਹੜਾ ਵਰਡ ਹੁੰਦਾ ਜਾਂ ਪਹਿਲੀ ਲਾਈਨ ਹੁੰਦੀ ਹੈ ਇਟ ਸ਼ੁੱਡ ਬੀ ਹਾਈਲਾਈਟਡ. ਤਾਂ ਉਹ ਹਾਈਲਾਈਟ ਕਰਨ ਦਾ ਆਪਣਾ ਆਪਣਾ ਤਰੀਕਾ ਹੈ. ਇਹਨਾਂ ਨੇ ਬੋਲਡ ਕੀਤਾ. ਕੁਆਲੀਫਿਕੇਸ਼ਨ ਦੱਸਦੀ ਉਹਦੀ ਐਜ਼ ਪਰ CBSE ਨੋਰਮਸ ਹੋਣੇ ਚਾਹੀਦੀ ਹੈ. ਅਤੇ ਜਿਹੜਾ ਅਪਲਾਈ ਕਰਨ ਵਾਲਾ ਕੈਂਡੀਡੇਟ ਹੈ ਉਹਦਾ 10 ਸਾਲ ਦਾ ਟੀਚਿੰਗ ਦਾ ਜਾਂ ਐਡਮਿਨਿਸਟ੍ਰੇਟਿਵ ਐਕਸਪੀਰੀਅੰਸ ਹੋਣਾ ਚਾਹੀਦਾ ਕਿਸੇ ਹੋਰ ਵਧੀਆ CBSE ਦੇ ਸਕੂਲ ਦੇ ਵਿੱਚ. ਸੈਲਰੀ ਹੈ ਜਿਹੜੀ ਉਹ ਮੈਨੇਜਮੈਂਟ ਦੀ ਜਿਹੜੀ ਰੂਲਸ ਬਣਾਏ ਹੋਏ ਨੇ ਉਹਦੇ ਅਕੋਰਡਿੰਗਲੀ ਮਿਲੂ. ਅਤੇ ਐਪਲੀਕੇਸ਼ਨ ਆਪਣੀ ਭੇਜੋ, ਨਾਲ ਫੋਟੋ ਭੇਜੋ 15 ਦਿਨ ਦੇ ਵਿੱਚ. ਆਹ ਨੀਚੇ ਬਾਕਸ ਦੇਤਾ ਨੰਬਰ, ਮਤਲਬ ਕਿ ਇਸ ਐਡਰੈਸ ਦੇ ਉੱਤੇ ਤੁਸੀਂ ਪਾ ਦਿਓ, ਉਹ ਪਹੁੰਚ ਜੂਗੀ ਸਕੂਲ ਵਾਲਿਆਂ ਤੱਕ. ਤਾਂ ਸੀ ਦਿਸ ਇਜ਼ ਹਾਓ ਉਹਨਾਂ ਨੇ ਵੀ ਕੌਮੇ ਪਾ ਕੇ ਕੌਮੇ, ਮਤਲਬ ਕਿ ਛੋਟੇ ਛੋਟੇ ਲਾਈਨਸ ਨੇ ਜਿਹੜੀਆਂ ਉਹ ਇਹ 'ਚ ਲਿਖੀਆਂ. ਬਹੁਤ ਡਿਟੇਲ ਦੇ ਵਿੱਚ ਲਾਈਨਾਂ ਨਹੀਂ ਲਿਖੀਆਂ, ਬਿਕੋਜ਼ ਇਹਦੇ ਵਿੱਚ ਜਿੰਨੀਆਂ ਜ਼ਿਆਦਾ ਗੱਲਾਂ ਲਿਖੋਗੇ ਉਨੇ ਪੈਸੇ ਵੱਧ ਲੱਗਦੇ ਨੇ. ਜਿੰਨਾ ਘੱਟ ਲਿਖੋਗੇ ਪਰ ਟੂ ਦੀ ਪੁਆਇੰਟ ਗੱਲ ਕਰਕੇ ਸਾਰਾ ਮੀਨਿੰਗ ਸਮਝਾ ਦੋਗੇ ਉਹਦੇ ਪੈਸੇ ਘੱਟ ਲੱਗਦੇ ਨੇ. ਤਾਂ ਇਸ ਕਰਕੇ ਇੱਦਾਂ ਇਹ ਲਿਖੀ ਜਾਂਦੀ ਹੈ. ਅੱਗੇ ਵੀ ਕੁਛ ਇੱਦਾਂ ਦੀ ਉਹ ਹੈ, ਕਿਸੇ ਸਕੂਲ ਦੇ ਵਿੱਚ ਸਾਇੰਸ, ਮੈਥਸ, SS ਪ੍ਰਾਇਮਰੀ ਟੀਚਰ ਚਾਹੀਦੇ ਨੇ, ਠੀਕ ਹੈ, ਉਹਦੀ ਦਿੱਤੀ ਹੋਈ ਹੈ ਇਹ ਐਡਵਰਟੀਜ਼ਮੈਂਟ. ਤਾਂ ਤੁਸੀਂ ਯੂ ਕੈਨ ਹੈਵ ਅ ਲੁੱਕ ਐਟ ਦੈਮ ਐਂਡ ਸੀ ਵਟ ਟਾਈਪ ਆਫ ਲੈਂਗੁਏਜ ਇਜ਼ ਰਿਟਨ ਇਨ ਦੈਮ. ਅੱਗੇ ਮੈਡੀਕਲ ਸਟਾਫ ਦੀ ਰਿਕੁਆਇਰਮੈਂਟ ਹੈ. ਰਿਕੁਆਇਰਡ MD ਸਾਈਕੈਟਰਿਸਟ ਫॉर ਡਰੱਗ ਐਡਿਕਸ਼ਨ ਸੈਂਟਰ ਔਨ ਸ਼ੇਅਰ ਬੇਸਿਸ ਐਟ ਜਲੰਧਰ, ਨਾਲ ਫੋਨ ਨੰਬਰ ਦੇਤਾ. ਇੱਦਾਂ ਹੀ ਪ੍ਰੋਪਰਟੀ ਫॉर ਸੇਲ ਹੈ. ਜਿਵੇਂ ਆਪਾਂ ਬਾਈਕ ਵੇਚਿਆ ਸੀਗਾ, ਇਹਨਾਂ ਨੇ ਪ੍ਰੋਪਰਟੀ ਵੇਚੀ ਹੈ ਉਰੇ. 12 ਮਰਲਾ ਕਾਰਨਰ, ਕੌਮੇ ਪਾ ਕੇ ਦੇਖੋ ਲਿਖਿਆ ਹੋਇਆ ਵੀ 12 ਮਰਲਿਆਂ ਦੀ ਪ੍ਰੋਪਰਟੀ ਹੈ, ਕਾਰਨਰ ਵਾਲੀ ਹੈ, ਪਾਰਕ ਫੇਸਿੰਗ ਹੈ, ਸਾਹਮਣੇ ਉਹਦੇ ਪਾਰਕ ਹੈ, ਨਿਊ ਬਿਲਟ, ਬਿਲਕੁਲ ਨਵਾਂ ਬਣਿਆ. ਗਰਾਊਂਡ ਫਲੋਰ ਵਿਦ ਬੇਸਮੈਂਟ ਵੀ ਬਣੀ ਹੋਈ ਹੈ ਗਰਾਊਂਡ ਫਲੋਰ 'ਤੇ, ਐਂਡ ਸੈਕਿੰਡ ਫਲੋਰ 28D ਚੰਡੀਗੜ੍ਹ. ਬੇਸਮੈਂਟ ਵੀ ਬਣੀ ਹੋਈ ਹੈ, ਉੱਪਰ ਸੈਕਿੰਡ ਫਲੋਰ ਵੀ ਬਣਿਆ ਹੋਇਆ ਹੈ. 28 ਸੈਕਟਰ ਦੇ ਵਿੱਚ ਹੈ ਚੰਡੀਗੜ੍ਹ ਦੇ ਵਿੱਚ, ਨਾਲ ਓਨਰ ਦਾ ਨੰਬਰ ਦੇਤਾ. ਦੇਖੋ ਕੌਮੇ ਪਾ ਕੇ ਐਵਰੀਥਿੰਗ ਇਜ਼ ਐਕਸਪਲੇਨਡ ਵੀ ਜੋ ਵੀ ਬੰਦੇ ਨੂੰ ਚਾਹੀਦੀ ਹੈ ਇਨਫੋਰਮੇਸ਼ਨ. ਆਪਾਂ ਵੀ ਪ੍ਰੋਪਰਟੀ ਖਰੀਦਦੇ ਹਾਂ, ਆਪਾਂ ਵੀ ਕਹਿੰਦੇ ਹਾਂ ਕਿੰਨੀ ਜਗ੍ਹਾ ਹੈ, ਕਿੱਥੇ ਹੈ, ਲੋਕੇਸ਼ਨ ਕਿਹੋ ਜਿਹੀ ਹੈ, ਅਤੇ ਜੇ ਕੋਈ ਮਕਾਨ ਹੋਵੇ ਵੀ ਉਹ 'ਚ ਕਮਰੇ ਕਿੰਨੇ ਨੇ, ਏਅਰੀ ਹੈ ਜਾਂ ਕਿਵੇਂ ਦਾ ਬਣਿਆ ਹੋਇਆ, ਫੈਸਿਲਿਟੀਜ਼ ਕਿਹੜੀਆਂ, ਇਲੈਕਟ੍ਰੀਸਿਟੀ ਹੈਗੀ ਆ, ਪਾਰਕਿੰਗ ਹੈਗੀ ਆ, ਐਵਰੀਥਿੰਗ. ਸੋ ਸਿਮਿਲਰਲੀ ਇਹਦੇ ਵਿੱਚ ਵੀ ਦੇਖੋ ਕਿੰਨੀ ਛੋਟੇ ਜਿਹੇ ਤਰੀਕੇ ਦੇ ਨਾਲ ਉਹ ਉਰੇ ਬਿਆਨ ਕਰਤਾ. ਇੱਦਾਂ ਹੀ ਆ ਇੱਕ ਫੇਅਰ ਟ੍ਰਿਬਿਊਨ ਦੇ ਵਿੱਚ ਐਡਵਰਟੀਜ਼ਮੈਂਟ ਆਈ ਹੋਈ ਹੈ. ਨਾਓ ਯੂ ਟੈਲ ਮੀ ਵਿਚ ਐਡਵਰਟੀਜ਼ਮੈਂਟ ਯੂ ਸੀ ਔਨ ਦਾ ਸਕਰੀਨ ਰਾਈਟ ਨਾਓ. ਕਿਹੜੀ ਐਡਵਰਟੀਜ਼ਮੈਂਟ ਹੈ ਇਹ? ਡਿਸਪਲੇ ਐਡਵਰਟੀਜ਼ਮੈਂਟ. ਇਹ 'ਚ ਡਿਸਪਲੇ ਪਹਿਲਾਂ ਹੀ ਡਿਸਪਲੇ ਹੋਈ ਹੈ ਚੀਜ਼. ਦੇਖੋ ਇੱਕ ਕਾਰ ਦੀ ਪਿਕਚਰ, ਨਾਲ ਉਹਦੇ ਉੱਪਰ ਕੰਪਨੀ ਨੇ ਆਪਣਾ ਲੋਗੋ ਵੀ ਦੇਤਾ, ਠੀਕ ਹੈ, ਅਤੇ ਆਪਣਾ ਸ਼ੋਰੂਮ ਦਾ ਦੱਸਤਾ, ਰਨਿੰਗ ਕੋਸਟ ਦੱਸਤੀ, ਠੀਕ ਹੈ. ਇਲੈਕਟ੍ਰੀਸਿਟੀ ਦੇ ਨਾਲ ਚੱਲਦੀ ਹੈ ਇਹ, ਇਲੈਕਟ੍ਰਿਕ ਵਹੀਕਲ ਹੈ, ਉਹਦੇ ਬਾਰੇ ਵੀ ਇੱਕ ਲਾਈਨ ਲਿਖੀ ਹੋਈ ਹੈ. ਆਹ ਰੀਜ਼ਨਸ ਨਾਟ ਟੂ ਵਰੀ ਅਬਾਊਟ ਚਾਰਜਿੰਗ, ਜੋ ਵੀ ਉਹਦੇ ਫੀਚਰਸ ਹੋ ਗਏ ਉਹ ਵੀ ਮੈਂਸ਼ਨਡ ਨੇ. ਆ ਨਾਲ ਕੋਈ ਅਵਾਰਡ ਮਿਲੇ ਹੋਏ ਨੇ ਉਹ ਵੀ ਅਗਲਿਆਂ ਨੇ ਇੱਥੇ ਹਾਈਲਾਈਟ ਕਰਤਾ. ਕਿੰਨੀ ਅਟਰੈਕਟਿਵ ਬਣਾਈ ਹੋਈ ਹੈ ਇਹ ਐਡਵਰਟੀਜ਼ਮੈਂਟ. ਖੁੱਲ੍ਹੀ ਜੀ ਹੈ, ਕੋਈ ਬਹੁਤ ਜ਼ਿਆਦਾ ਟਾਈਟ ਨਹੀਂ ਲਿਖਿਆ ਹੋਇਆ ਵੀ ਤਾਂ ਕਿ ਪੜ੍ਹਨਾ ਔਖਾ ਹੋਵੇ. ਖੁੱਲ੍ਹਾ ਡੁੱਲਾ ਜਿਹਾ ਲਿਖਿਆ ਹੋਇਆ ਐਂਡ ਇਟਸ ਵੈਰੀ ਆਈ ਕੈਚੀ. ਤਾਂ ਇਹ ਡਿਸਪਲੇ ਐਡਵਰਟੀਜ਼ਮੈਂਟ ਹੈ. ਸੋ ਬੱਚੇ ਯੂ ਹੈਵ ਲਰਨਡ about classified advertisement as well as display advertisement in today's lecture. Hope you have understood well, and that's it for now. Thank you and keep doing the good work.